ਇਲਜ਼ਾਮ ਲੱਗ ਰਹੇ ਨੇ ਪਰ ਇਸ ਸਭ ਦੇ ਵਿਚਾਲੇ ਜਵਾਬ ਵੀ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਮਨਪ੍ਰੀਤ ਬਾਦਲ ਦੇ ਉੱਤੇ ਗੁਰਪ੍ਰੀਤ ਕਾਂਗੜ ਨੂੰ ਨੋਟਿਸ ਵੀ ਕੱਢ ਦਿੱਤਾ ਹੈ ਤੇ ਗਾਇਬ ਸਮਾਨ ਦਾ ਹਿਸਾਬ ਮੰਗਿਆ ਹੈ, ਜਿਸ ਤੋਂ ਬਾਅਦ ਮਨਪ੍ਰੀਤ ਬਾਦਲ ਨੇ 1,84,000 ਰੁਪਏ ਦਾ ਇੱਕ ਚੈੱਕ ਭੇਜ ਕੇ ਅਦਾਇਗੀ ਕਰ ਦਿੱਤੀ। ਮਤਲਬ ਮਨਪ੍ਰੀਤ ਬਾਦਲ ਨੇ ਸਫਾਈ ਦੇ ਰੂਪ ਦੇ ਵਿੱਚ ਗਾਇਬ ਹੋਏ ਸਮਾਨ ਦੀ ਅਦਾਇਗੀ ਕਰ ਦਿੱਤੀ ਹੈ। ਤਾਂ ਮਨਪ੍ਰੀਤ ਬਾਦਲ ਦੀ ਕੋਠੀ ਦੇ ਵਿੱਚ ਜਿਹੜਾ ਸਮਾਨ ਗਾਇਬ ਹੋਇਆ ਸੀ, ਜੋ ਇਲਜ਼ਾਮ ਲੱਗ ਰਹੇ ਨੇ, ਤਾਂ ਉਸ ਤੋਂ ਬਾਅਦ 1,84,000 ਦਾ ਜਿਹੜਾ ਚੈੱਕ ਹੈ ਉਸ ਦੀ ਜਿਹੜੀ ਇੱਕ ਫੋਟੋ ਹੈ ਉਹ ਜਾਰੀ ਕੀਤੀ ਗਈ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਇਸ ਨੋਟਿਸ ਤੋਂ ਪਹਿਲਾਂ ਹੀ ਥੋੜਾ ਹੋਰ ਕਲੀਅਰ ਕਰ ਦਈਏ ਕਿ ਮਨਪ੍ਰੀਤ ਬਾਦਲ ਦੇ ਵੱਲੋਂ ਜਿਹੜਾ ਸਟੇਟਮੈਂਟ ਜਾਰੀ ਕੀਤੀ ਗਈ ਹੈ ਤੇ ਉਹਨਾਂ ਨੇ ਇਹ ਚੈੱਕ ਦੀ ਫੋਟੋ ਵੀ ਨਾਲ ਹੀ ਸਾਂਝੀ ਕੀਤੀ ਹੈ ਤੇ ਉਹਨਾਂ ਦਾ ਤਰਕ ਹੈ ਕਿ ਕੋਈ ਨੋਟਿਸ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਵੱਲੋਂ ਇਹ ਚੈੱਕ ਦੇ ਜ਼ਰੀਏ ਪੇਮੈਂਟ ਕਰ ਦਿੱਤੀ ਗਈ ਸੀ। ਦਰਅਸਲ ਇਹ ਵੀ ਹੁੰਦਾ ਹੈ ਕਿ ਜਦੋਂ ਮੰਤਰੀ ਕੋਈ ਰਹਿੰਦਾ ਹੈ ਤਾਂ ਉੱਥੇ ਉਸ ਨੂੰ ਸਹੂਲਤਾਂ ਆਪਣੇ ਮੁਤਾਬਕ ਨਹੀਂ ਲੱਗਦੀਆਂ, ਇਸ ਕਰਕੇ ਕੁਝ ਨਵੀਆਂ ਚੀਜ਼ਾਂ ਉੱਥੇ ਲਿਆ ਕੇ ਰੱਖੀਆਂ ਜਾਂਦੀਆਂ ਨੇ ਜਾਂ ਬਣਵਾ ਲਈਆਂ ਜਾਂਦੀਆਂ ਨੇ ਤੇ ਜਦੋਂ ਉਹ ਕੋਠੀ ਛੱਡ ਕੇ ਜਾਂਦੇ ਨੇ ਤਾਂ ਫਿਰ ਉਹ ਸਮਾਨ ਨਾਲ ਲੈ ਜਾਂਦੇ ਨੇ। ਤਾਂ ਉਹ ਪੂਰਾ ਪ੍ਰੋਸੈਸ ਹੁੰਦਾ ਕਿ ਉਸਦੇ ਪੈਸੇ ਪੇ ਕਰਨੇ ਹੁੰਦੇ ਨੇ, ਪੂਰੀ ਡਿਪਾਰਟਮੈਂਟ ਦੀ ਅਪਰੂਵਲ ਹੁੰਦੀ ਹੈ। ਤਾਂ ਸ਼ਾਇਦ ਸਭ ਕੁਝ ਉਹੀ ਹੋਇਆ ਤੇ 1,84,000 ਦਾ ਜਿਹੜਾ ਚੈੱਕ ਹੈ ਉਹ ਦੇ ਦਿੱਤਾ ਗਿਆ। ਇਸ ਦੇ ਉੱਤੇ ਚੈੱਕ ਦੇ ਉੱਤੇ ਤੁਹਾਨੂੰ ਤਰੀਕ ਨਜ਼ਰ ਆ ਰਹੀ ਹੋਏਗੀ, ਇਹ ਤਰੀਕ 27 ਤਰੀਕ ਨਜ਼ਰ ਆ ਰਹੀ ਹੈ, 27 ਮਾਰਚ। ਦੁਬਾਰਾ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, 27 ਮਾਰਚ 2022। ਜੀ ਹਾਂ, 24 ਮਾਰਚ ਹੈ, 24 ਮਾਰਚ, ਮਾਫੀ ਚਾਹੂੰਗਾ, 24 ਮਾਰਚ ਦੀ ਡੇਟ ਇਹ ਮਨਪ੍ਰੀਤ ਬਾਦਲ ਦੇ ਵੱਲੋਂ ਜਿਹੜਾ 1,84,000 ਦਾ ਚੈੱਕ ਦਿੱਤਾ ਗਿਆ। ਤਾਂ ਕੋਠੀਆਂ ਦੇ ਵਿੱਚੋਂ ਸਮਾਨ ਗਾਇਬ ਹੋਇਆ, ਉਸ ਨੂੰ ਲੈ ਕੇ ਬਵਾਲ ਹੈ ਤੇ ਕੁਲਦੀਪ ਧਾਲੀਵਾਲ ਨਵੇਂ ਬਣੇ ਮੰਤਰੀ ਨੇ, ਪੰਚਾਇਤ ਮੰਤਰੀ ਉਹ ਬਣੇ ਨੇ ਤੇ ਉਹਨਾਂ ਨੂੰ ਕੋਠੀ ਅਲਾਟ ਹੋਈ ਹੈ ਜੋ ਪਹਿਲਾਂ ਕੋਠੀ ਭਾਰਤ ਭੂਸ਼ਣ ਆਸ਼ੂ ਦੇ ਕੋਲ ਹੁੰਦੀ ਸੀ। ਧਾਲੀਵਾਲ ਵੀ ਇਲਜ਼ਾਮ ਲਗਾ ਰਹੇ ਨੇ ਕਿ ਉਹਨਾਂ ਨੂੰ ਜੋ ਕੋਠੀ ਨੰਬਰ 152 ਭਾਰਤ ਭੂਸ਼ਣ ਵਾਲੀ ਅਲਾਟ ਹੋਈ ਹੈ, ਇਸ ਕੋਠੀ ਦੇ ਵਿੱਚੋਂ ਵੀ ਨਿੱਕੀਆਂ ਚੀਜ਼ਾਂ ਵੀ ਉਹ ਲਾ ਕੇ ਲੈ ਗਏ। 45 ਸੈਕਟਰ ਦੇ ਵਿੱਚ 152 ਨੰਬਰ ਕੋਠੀ ਅਲਾਟ ਹੋਈ। ਮੈਂ ਮਤਲਬ 2 ਦਿਨ ਪਹਿਲਾਂ ਆਪਣੀ ਕੋਠੀ ਦੇਖ ਕੇ ਆਇਆ, ਸੇਮ ਪੋਜੀਸ਼ਨ ਉਹਦੀ ਇੱਥੇ, ਨਿੱਕੀਆਂ ਚੀਜ਼ਾਂ ਲਾ ਕੇ ਲੈ ਗਏ ਯਾਰ, ਮਤਲਬ ਛੋਟੀਆਂ ਚੀਜ਼ਾਂ ਉੱਥੋਂ ਚੁੱਕ ਕੇ ਲੈ ਗਏ। ਮਤਲਬ ਜੇ ਇਸ ਲੈਵਲ ਦੀ ਆਪਾਂ ਸਿਆਸਤ ਕਰਦੇ ਹਾਂ, ਇਸ ਲੈਵਲ ਤੇ ਸਰਕਾਰੀ ਸਮਾਨਾਂ ਨੂੰ ਚੁੱਕ ਕੇ ਆਪਣੇ ਘਰਾਂ 'ਚ ਖੜਾਂਗੇ, ਸਾਡੀ ਭੁੱਖ ਜਿਹੜੀ ਕਦੋਂ ਕੁ ਦੂਰ ਹੋਊਗੀ। ਮੈਂ ਤਾਂ ਇਹ ਕਈ ਵਾਰ ਸੋਚਦਾ ਕਿ ਸਿਆਸਤ ਦਾ ਪੱਧਰ ਜਿਹੜਾ ਕਿਹੜੇ ਲੈਵਲ ਤੱਕ ਜਾ ਕੇ, ਇਹ ਬੜੀ ਦੁਖਦਾਈ ਹੈ ਜੇ ਅੱਜ ਲੱਗੀ ਆ। ਪਰ ਮੈਂ ਤੇ ਪਰਸੋਂ ਜਿਹੜੀ ਮੈਨੂੰ ਕੋਠੀ ਅਲਾਟ ਹੋਈ, ਮੈਂ ਤਾਂ ਉਹਨੂੰ ਦੇਖ ਕੇ ਹੈਰਾਨ ਹੋ ਗਿਆ ਅੰਦਰ ਵੀ ਕਿੰਨੀ ਭੱਜ ਤੋੜ ਹੋਈ। ਚਲੋ, ਕੋਠੀਆਂ ਦੇ ਵਿੱਚ ਸਮਾਨ ਗਾਇਬ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਜਦੋਂ ਅਖਿਲੇਸ਼ ਯਾਦਵ ਮੁੱਖ ਮੰਤਰੀ ਦੇ ਅਹੁਦੇ ਤੋਂ ਹਟੇ, ਉਸ ਤੋਂ ਬਾਅਦ ਬੀਜੇਪੀ ਦੀ ਸਰਕਾਰ ਬਣੀ, ਬਹੁਤ ਸਾਰੇ ਇਲਜ਼ਾਮ ਉਸ ਸਮੇਂ ਅਖਿਲੇਸ਼ ਯਾਦਵ ਦੇ ਉੱਤੇ ਵੀ ਲੱਗੇ। ਕੁਝ ਉਸ ਤਰੀਕੇ ਦੇ ਇਲਜ਼ਾਮ ਹੁਣ ਪੰਜਾਬ ਦੇ ਵਿੱਚ ਸਰਕਾਰੀ ਕੋਠੀਆਂ ਦੇ ਅੰਦਰ ਲੱਗਦੇ ਹੋਏ ਨਜ਼ਰ ਆ ਰਹੇ ਨੇ। ਕੁਲਦੀਪ ਧਾਲੀਵਾਲ ਤੁਸੀਂ ਸੁਣਿਆ ਹੋਣਾ, ਜਿਨ੍ਹਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਨਿੱਕੀਆਂ ਚੀਜ਼ਾਂ ਲਾ ਕੇ ਲੈ ਗਏ। ਤਾਂ ਹੁਣ ਇਹ ਨਿੱਕੀਆਂ ਚੀਜ਼ਾਂ ਦੇ ਵਿੱਚ ਕੀ ਕੁਝ ਹੈ, ਇਹ ਵੀ ਇੱਕ ਵੱਡਾ ਸਵਾਲ ਹੈ। ਸਿੱਧਾ ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ ਅਮਨ ਭਾਰਦਵਾਜ। ਅਮਨ, ਇਸ ਸਮੇਂ ਜਿਹੜੀਆਂ ਮੰਤਰੀ ਦੀਆਂ ਕੋਠੀਆਂ ਨੇ ਉਹਨਾਂ ਦੇ ਬਾਹਰ ਨੇ ਤੇ ਕੋਠੀ ਨੰਬਰ ਪਿੱਛੇ ਜੇ ਅਸੀਂ ਪੜ੍ਹੀਏ ਤਾਂ 960 ਨਜ਼ਰ ਆ ਰਿਹਾ ਹੈ। ਕਿੱਥੇ ਹੋ ਤੁਸੀਂ ਇਸ ਸਮੇਂ ਅਮਨ? ਕਿਹੜੀ ਕੋਠੀ ਦੇ ਬਾਹਰ ਹੋ? ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ? ਕੋਠੀਆਂ ਦੇ ਵਿੱਚੋਂ ਜੋ ਸਮਾਨ ਗਾਇਬ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਗੌਰਵ, ਕੋਠੀ ਨੰਬਰ 960 ਹੈ, ਗੁਰਪ੍ਰੀਤ ਕਾਂਗੜ ਉਹਨਾਂ ਨੂੰ ਅਲੋਟ ਹੋਈ ਔਰ ਇਹ ਜਦੋਂ ਸਤੰਬਰ ਦੇ ਅੰਦਰ ਉਹ ਮੰਤਰੀ ਤੋਂ ਹਟਦੇ ਨੇ, ਉਸ ਵੇਲੇ ਹੀ ਬਣਦਾ ਸੀਗਾ ਕਿ ਜਦੋਂ ਮੰਤਰੀ ਤੋਂ ਹਟ ਗਏ ਤਾਂ ਉਹਨਾਂ ਨੂੰ ਕੋਠੀ ਖਾਲੀ ਕਰਨੀ ਬਣਦੀ ਸੀ। 2 ਤੋਂ 3 ਅਹਿਮ ਗੱਲਾਂ ਨੇ ਜੋ ਗੁਰਪ੍ਰੀਤ ਕਾਂਗੜ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਕਿ ਇੱਕ ਤਾਂ ਸਤੰਬਰ ਮਹੀਨੇ ਤੋਂ ਬਾਅਦ ਉਹਨਾਂ ਨੇ ਵੈਕੈਂਟ ਕਰ ਕੀਤੀ ਹੈ ਕੋਠੀ ਇਹ, ਔਰ ਜਿਵੇਂ ਉਹ ਕਹਿ ਰਹੇ ਨੇ ਕਿ ਚਾਬੀਆਂ ਹੁਣ ਤੱਕ ਉਹਨਾਂ ਦੇ ਕੋਲ ਨੇ, ਤਾਂ 3 ਲੱਖ ਰੁਪਇਆ ਜੋ ਮਾਰਕੀਟ ਰੇਟ ਹੈ, 3 ਲੱਖ ਰੁਪਇਆ 1 ਮਹੀਨੇ ਦਾ ਔਰ ਰੈਂਟ ਉਹਨਾਂ ਨੂੰ ਬਣਦਾ ਹੈ ਜੋ ਪੇ ਕਰਨਾ ਹੈ। ਔਰ ਉਸ ਤੋਂ ਬਾਅਦ ਜੇ ਸਮਾਨ ਤੇ ਆਈਏ ਤਾਂ 15 ਤੋਂ 20 ਲੱਖ ਦਾ ਸਮਾਨ ਹੈ, ਜਿਨ੍ਹਾਂ 'ਚ LEDs ਨੇ, ਬੈੱਡ ਨੇ, ਉਹ ਸਮਾਨ ਇਲੈਕਟ੍ਰੀਕਲ ਸਮਾਨ ਹੈ। ਇੱਥੋਂ ਤੱਕ ਕਿ ਗੌਰਵ ਵਿਭਾਗ ਇਹ ਵੀ ਅਨऑਫੀਸ਼ੀਅਲੀ ਦੱਸ ਰਿਹਾ ਕਿ ਗੈਸ ਦੇ ਸਿਲੰਡਰ ਤੱਕ ਉਹ ਵੀ ਗੁਰਪ੍ਰੀਤ ਕਾਂਗੜ ਨਾਲ ਲੈ ਗਏ ਆਪਣੇ। ਔਰ ਉਹ ਸਮਾਨ ਜਿਹੜਾ ਹੈ 15 ਤੋਂ 20 ਲੱਖ ਦਾ ਟੋਟਲ 'ਚ ਬਣਦਾ ਹੈ, ਜਿਸ ਦੀ ਰਿਕਵਰੀ ਵਿਭਾਗ ਨੇ ਹੁਣ ਪਾਈ ਹੈ। ਔਰ ਜੇ ਉਹ ਰਿਕਵਰੀ ਨਹੀਂ ਹੋਈ ਉਦੋਂ ਤੱਕ NOC ਨਹੀਂ ਦਿੱਤੀ ਜਾਏਗੀ। ਔਰ ਗੌਰਵ, ਇਹ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹਾਂਗੇ ਕਿ 3 ਵਿਭਾਗ ਹੁੰਦੇ ਨੇ, PWD, ਇਲੈਕਟ੍ਰੀਕਲ, ਹੈਲਥ, ਇਹ
ਤਿੰਨਾਂ ਵੱਲੋਂ ਜਿਹੜਾ ਹੈ ਰਿਕਵਰੀ ਕਲੇਮ ਕੀਤੀ ਜਾਂਦੀ ਹੈ ਕਿ ਕੋਠੀ ਅੰਦਰ ਕਿਹੜਾ ਸਮਾਨ ਅਲੋਟ ਹੋਇਆ ਸੀਗਾ ਔਰ ਕਿਹੜਾ ਰਿਕਵਰ ਕਰ ਲਿੱਤਾ ਗਿਆ ਹੈ। ਔਰ 15 ਤੋਂ 20 ਲੱਖ ਦਾ ਸਮਾਨ ਹੈ ਜੋ ਗੁਰਪ੍ਰੀਤ ਕਾਂਗੜ ਵੱਲੋਂ ਹਲੇ ਵੀ ਪੈਂਡਿੰਗ ਪਿਆ ਹੋਇਆ ਹੈ ਔਰ ਉਸ ਦੀ ਰਿਕਵਰੀ ਤੋਂ ਬਾਅਦ ਹੀ ਐਨਓਸੀ ਮਿਲੇਗੀ ਔਰ ਬਤੌਰ ਵਿਧਾਇਕ ਜਿਹੜੀ ਪੈਨਸ਼ਨ ਲੱਗਦੀ ਹੈ ਉਹ ਐਨਓਸੀ ਤੋਂ ਬਾਅਦ ਲੱਗਦੀ ਹੈ। ਤਾਂ ਇਹ ਹਲੇ ਵੀ ਪੈਂਡਿੰਗ ਹੈ ਔਰ ਗੁਰਪ੍ਰੀਤ ਕਾਂਗੜ ਜੋ ਕਹਿ ਰਹੇ ਨੇ ਕਿ ਚਾਬੀਆਂ ਉਹਨਾਂ ਕੋਲ ਨੇ ਤਾਂ ਉਹ ਰੈਂਟ ਵੀ ਸਟੈਂਡ ਕਰਦਾ ਹੈ। ਔਰ ਇਹ ਲਿਸਟਾਂ ਕੀ ਨੇ, ਕਿਉਂਕਿ ਲਿਸਟਾਂ ਵਿਭਾਗ ਵੱਲੋਂ ਇਹ ਵੀ ਹੈ ਕਿ ਐਕਸ਼ਨ ਲਿੱਤਾ ਜਾਏਗਾ ਔਰ ਨਾਲ ਹੀ ਇਸ ਬਾਬਤ ਸੀਐਮ ਦਫ਼ਤਰ ਤੱਕ ਵੀ ਇਹ ਖਬਰ ਪਹੁੰਚੀ ਹੈ। ਉਹਨਾਂ ਵੱਲੋਂ ਵੀ ਲਿਸਟਾਂ ਮੰਗਾ ਲਿੱਤੀਆਂ ਗਈਆਂ ਕਿ ਕਿਹੜੀ ਕੋਠੀ 'ਚ ਕਿਹੜਾ ਸਮਾਨ ਜਿਹੜਾ ਹੈ ਉਹ ਗਾਇਬ ਹੈ। 15 ਤੋਂ 20 ਲੱਖ ਵੱਡੀ ਅਮਾਉਂਟ ਹੁੰਦੀ ਹੈ ਔਰ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਏ ਤਾਂ ਬ੍ਰਹਮ ਮਹਿੰਦਰਾ ਦਾ ਨਾਮ ਵੀ ਇਨ ਮੰਤਰੀਆਂ 'ਚ ਸੀਗਾ, ਮਨਪ੍ਰੀਤ ਬਾਦਲ ਦਾ ਵੀ ਸੀਗਾ, ਲੇਕਿਨ ਉੱਥੇ ਡਿਫਰੈਂਸ ਇਹ ਹੈ ਗੌਰਵ ਕਿ ਉਹਨਾਂ ਵੱਲੋਂ ਪਹਿਲਾਂ ਵੀ ਇਹ ਸਮਾਨ ਲੈ ਕੇ ਜਾਂਦੇ ਰਹੇ ਨੇ, ਉਹਨਾਂ ਵੱਲੋਂ ਕੰਸੈਂਟ ਲਿੱਤਾ ਜਾਂਦਾ ਹੈ ਵਿਭਾਗ ਨੂੰ। ਉਹ ਕਹਿੰਦੇ ਨੇ ਕਿ ਅਸੀਂ ਇਹ ਸਮਾਨ ਨਾਲ ਲੈ ਕੇ ਜਾਣਾ ਹੈ, ਜਦੋਂ ਸ਼ਿਫਟਿੰਗ ਹੁੰਦੀ ਹੈ ਖਾਲੀ ਕਰਦੇ ਨੇ ਤਾਂ ਵਿਭਾਗ ਕਹਿੰਦਾ ਹੈ ਕਿ ਅਸੀਂ ਜਿੰਨਾ ਖਰਚਾ ਹੈ ਉਹ ਤੁਹਾਨੂੰ ਦੱਸਾਂਗੇ, ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਹੈ ਸਰਕਾਰ ਤੋਂ। ਜਦੋਂ ਤੱਕ ਉਹ ਸਰਕਾਰ ਤੋਂ ਪਰਮਿਸ਼ਨ ਆਉਂਦੀ ਹੈ ਉਦੋਂ ਤੱਕ ਉਹ ਸਮਾਨ ਲੈ ਕੇ ਚਲੇ ਜਾਂਦੇ ਨੇ, ਲੇਕਿਨ ਉਹਨਾਂ ਵੱਲੋਂ ਖਰਚਾ ਉਹ ਦੇ ਦਿੱਤਾ ਜਾਂਦਾ ਹੈ। ਕੰਸੈਂਟ ਇੱਕ ਸੀਗਾ, ਇੱਕ ਕੋਆਰਡੀਨੇਸ਼ਨ ਸੀਗਾ, ਲੇਕਿਨ ਗੁਰਪ੍ਰੀਤ ਕਾਂਗੜ ਦੇ ਮਾਮਲੇ 'ਚ ਇਹ ਕੋਆਰਡੀਨੇਸ਼ਨ ਨਹੀਂ ਦਿਖਿਆ। ਸਮਾਨ ਜਿਹੜਾ ਹੈ ਇੱਥੋਂ ਤੱਕ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਸਿਲੰਡਰ ਗਾਇਬ ਹੋ ਗਏ ਨੇ, 50 ਇੰਚ ਦੀ 40 ਇੰਚ ਦੀ ਐਲਈਡੀ ਦੀ ਜਗ੍ਹਾ 20 ਇੰਚ ਦੀ ਵੀ ਜਿਹੜੀ ਹੈ ਉਹ ਅੰਦਰ ਲੱਗੀ ਹੋਈ ਦਿਖੀ ਹੈ ਉਹਨਾਂ ਨੂੰ। ਲੇਕਿਨ ਉਹਨਾਂ ਕੋਲ ਗੌਰਵ ਫੋਟੋਗ੍ਰਾਫਸ ਜਿਹੜੇ ਨੇ ਉਹ ਵੀ ਹੁੰਦੇ ਨੇ ਕਿ ਕਿਹੜਾ ਸਮਾਨ ਸੀਗਾ, ਕੀ ਕੰਡੀਸ਼ਨ ਸੀਗੀ, ਉਹਨਾਂ ਦੀ ਫੋਟੋਗ੍ਰਾਫੀ ਹੁੰਦੀ ਹੈ ਔਰ ਉਸ ਬਾਬਤ ਕਿਹੜਾ ਸਮਾਨ ਰਿਕਵਰ ਹੋਇਆ ਕਿਹੜਾ ਨਹੀਂ ਉਸ ਬਾਬਤ ਵੀ ਜਾਣਕਾਰੀ ਹੁੰਦੀ ਹੈ। ਗੁਰਪ੍ਰੀਤ ਕਾਂਗੜ ਉਹਨਾਂ ਦੀ ਕੋਠੀ ਹੈ ਜੋ ਕਿ ਹਾਲ ਕੁਝ ਦਿਨਾਂ 'ਚ ਹੀ ਪਹਿਲਾਂ ਜਿਹੜੀ ਹੈ ਖਾਲੀ ਕੀਤੀ ਗਈ ਹੈ, ਲੇਕਿਨ ਜਿਵੇਂ ਬਾਰ-ਬਾਰ ਗੁਰਪ੍ਰੀਤ ਕਾਂਗੜ ਕਹਿੰਦੇ ਨੇ ਕਿ ਚਾਬੀਆਂ ਉਹਨਾਂ ਕੋਲ ਨੇ ਤਾਂ 3 ਲੱਖ ਪ੍ਰਤੀ ਮਹੀਨੇ ਦੇ ਹਿਸਾਬ ਤੇ ਰੈਂਟ ਜਿਹੜਾ ਹੈ ਉਹ ਗੌਰਵ ਸਟੈਂਡ ਕਰਦਾ ਔਰ ਰਿਕਵਰੀ ਦੂਜੇ ਪਾਸੇ ਅਲੱਗ ਤੋਂ। ਔਰ ਇੱਕ ਸਿਆਸਤਦਾਨਾਂ ਨੂੰ ਜ਼ਰੂਰ ਜਿਹੜਾ ਹੈ ਇਹ ਦੇਖਣ ਦੀ ਜ਼ਰੂਰਤ ਹੈ, ਜਦੋਂ ਇਸ ਤਰੀਕੇ ਦੇ ਐਗਜ਼ਾਮਪਲਸ ਸਾਹਮਣੇ ਆਉਂਦੇ ਨੇ ਤਾਂ ਲੋਕਾਂ ਦੇ ਅੰਦਰ ਮੈਸੇਜ ਜਿਹੜਾ ਹੈ, ਸੁਸਾਇਟੀ ਦੇ ਅੰਦਰ ਮੈਸੇਜ ਇਸ ਦਾ ਬੜਾ ਗਲਤ ਜਾਂਦਾ ਹੈ ਕਿ ਮੰਤਰੀਆਂ ਦਾ ਇਸ ਤਰੀਕੇ ਦੀ ਜਿਹੜੀ ਘਟਨਾਕ੍ਰਮ ਸੀਗਾ ਉਸ ਤੋਂ ਲੋਕਾਂ ਲਈ ਕਿਵੇਂ ਦਾ ਉਹ ਮੈਸੇਜ ਸੋਚ ਰੱਖਦੇ ਸੀ, ਕਿਵੇਂ ਦਾ ਮੈਸੇਜ ਉਹ ਦੇ ਰਹੇ ਸੀਗੇ। ਇਹ ਸਭ ਸਵਾਲ ਜਿਹੜੇ ਨੇ ਗੌਰਵ ਉਹ ਜ਼ਰੂਰ ਖੜੇ ਹੁੰਦੇ ਨੇ। ਹਾਲਾਂਕਿ ਦੇਖਣ ਵਾਲੀ ਗੱਲ ਹੈ ਕਿ ਗੁਰਪ੍ਰੀਤ ਕਾਂਗੜ ਉਹ ਸਮਾਨ ਜਿਹੜਾ ਹੈ ਉਹ ਕਦੋਂ ਜਿਹੜਾ ਪੈਂਡਿੰਗ ਉਹ ਵਾਪਸ ਕਰਦੇ ਨੇ ਔਰ ਜੋ ਰੈਂਟ ਸਟੈਂਡ ਕਰਦਾ ਹੈ ਜਾਂ 15 ਤੋਂ 20 ਲੱਖ ਦਾ ਜੋ ਸਮਾਨ ਨਾਲ ਲੈ ਕੇ ਗਏ ਨੇ ਜਾਂ ਉਸਦੇ ਪੈਸੇ ਦਿੰਦੇ ਨੇ ਜਾਂ ਸਮਾਨ ਵਾਪਸ ਕਰਦੇ ਨੇ, ਇਹ ਲਾਜ਼ਮੀ ਤੌਰ ਤੇ ਗੌਰਵ ਕਿਉਂਕਿ ਵਿਭਾਗ ਵੱਲੋਂ ਇਨਕੁਆਇਰੀ ਖੋਲ ਦਿੱਤੀ ਗਈ ਹੈ, ਇਸ ਬਾਬਤ ਜਾਣਕਾਰੀ ਮੰਗੀ ਗਈ ਹੈ ਸੀਐਮ ਦਫ਼ਤਰ ਤੱਕ ਤੋਂ। ਜਿਹੜਾ ਹੈ PWD ਦੇ ਜਿਹੜੇ ਕਰਮਚਾਰੀ ਨੇ ਉਹਨਾਂ ਨਾਲ ਗੱਲਬਾਤ ਤੱਕ ਕੀਤੀ ਗਈ ਹੈ ਕਿ ਲਿਸਟਾਂ ਪ੍ਰੋਵਾਈਡ ਕਰਵਾਈਆਂ ਜਾਣ, ਕਿਹੜਾ ਸਮਾਨ ਪੈਂਡਿੰਗ ਹੈ, ਕਿਹੜੇ ਮੰਤਰੀ ਦਾ। ਗੌਰਵ ਠੀਕ ਹੈ ਅਮਨ, ਇੱਕ ਹੋਰ ਸਵਾਲ, ਹੁਣ ਤੱਕ ਸਿਰਫ 3 ਮੰਤਰੀਆਂ ਦਾ ਤੁਸੀਂ ਨਾਮ ਲੈ ਰਹੇ ਹੋ। ਇੱਕ ਤੁਸੀਂ ਬ੍ਰਹਮ ਮਹਿੰਦਰਾ ਦਾ ਜ਼ਿਕਰ ਕੀਤਾ ਜੋ ਸਾਬਕਾ ਮੰਤਰੀ ਨੇ, ਮਨਪ੍ਰੀਤ ਬਾਦਲ ਦਾ ਜ਼ਿਕਰ ਕੀਤਾ ਤੇ ਉਸ ਤੋਂ ਬਾਅਦ ਗੁਰਪ੍ਰੀਤ ਕਾਂਗੜ ਦਾ ਜ਼ਿਕਰ ਕੀਤਾ। ਕੁਲਦੀਪ ਧਾਲੀਵਾਲ ਜਿਹੜੇ ਹੁਣ ਮੰਤਰੀ ਬਣੇ ਨੇ ਉਹ ਵੀ ਕਹਿ ਰਹੇ ਨੇ ਕਿ ਭਾਰਤ ਭੂਸ਼ਣ ਆਸ਼ੂ ਵਾਲੀ ਕੋਠੀ ਮੈਨੂੰ ਮਿਲੀ ਹੈ ਤੇ ਉਸ ਕੋਠੀ ਦੇ ਵਿੱਚੋਂ ਵੀ ਸਮਾਨ ਗਾਇਬ ਹੈ। ਲੋਕ ਜਾਣਨਾ ਚਾਹੁੰਦੇ ਹੋਣਗੇ ਕਿ ਇਹ ਕਿੰਨੇ ਨਾਮ ਨੇ ਜਾਂ ਕਿੰਨੀਆਂ ਕੋਠੀਆਂ ਦੇ ਵਿੱਚ ਇਹ ਤਸਵੀਰ ਨਜ਼ਰ ਆ ਰਹੀ ਹੈ। ਗੌਰਵ ਇसी ਸੈਕਟਰ 39 ਦੇ ਬਾਹਰ 952 ਨੰਬਰ ਕੋਠੀ ਹੈ ਜੋ ਪਹਿਲਾਂ ਭਾਰਤ ਭੂਸ਼ਣ ਆਸ਼ੂ ਕੋਲ ਹੁੰਦੀ ਸੀਗੀ, ਹੁਣ ਕੁਲਦੀਪ ਧਾਲੀਵਾਲ ਉਹਨਾਂ ਨੂੰ ਅਲੋਟ ਹੋਈ ਹੈ। ਤਾਂ ਜਿਵੇਂ ਉਹਨਾਂ ਦਾ ਕਲੇਮ ਹੈ ਕਿ ਉਸ ਦੀ ਵੀ ਜਾਂਚ ਕਰਵਾਈ ਜਾਏਗੀ ਕਿਉਂਕਿ ਉਹਨਾਂ ਨੂੰ ਉਸ ਅੰਦਰ ਵੀ ਸਮਾਨ ਗਾਇਬ ਜਿਹੜਾ ਹੈ ਉਹ ਨਜ਼ਰ ਆਇਆ ਹੋਗਾ। ਲੇਕਿਨ ਲਿਸਟਾਂ ਕੀ ਕਹਿੰਦੀਆਂ ਨੇ, ਕਿਉਂਕਿ ਗੌਰਵ PWD ਦੇ ਜਿਹੜੇ ਅਧਿਕਾਰੀ ਨੇ ਉਹ ਵੀ ਜਾਣਕਾਰੀ ਦੇ ਰਹੇ ਸੀ ਕਿ ਇਹ ਪਹਿਲੀ ਦਫਾ ਨਹੀਂ ਹੈ ਕਿ ਸਮਾਨ ਗਾਇਬ ਹੋਇਆ। ਜਦੋਂ ਇੱਕ ਸਾਬਕਾ AG ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਉਹ AC ਤੱਕ ਲਾ ਕੇ ਲੈ ਗਏ ਸੀਗੇ ਜਦੋਂ ਸੈਕਟਰ 2 ਦੀ ਜਿਹੜੀ ਉਹਨਾਂ ਦੀ ਰਿਹਾਇਸ਼ ਸੀਗੀ, ਲੇਕਿਨ ਵੱਡੀ ਗੱਲ ਇਹ ਸੀਗੀ ਕਿ ਉਦੋਂ ਕੋਈ ਰਿਪੋਰਟ ਨਹੀਂ ਕਰਦਾ ਸੀ। ਜੋ PWD ਦਾ ਅਸਿਸਟੈਂਟ ਇੰਜੀਨੀਅਰ ਹੈ ਜਾਂ ਕੋਈ ਕਰਮਚਾਰੀ ਹੈ ਉਹਨਾਂ ਵੱਲੋਂ ਰਿਪੋਰਟ ਨਹੀਂ ਕੀਤੀ ਜਾਂਦੀ ਸੀ ਕਿ ਵੱਡੇ ਪੋਲੀਟੀਸ਼ੀਅਨ ਨੇ ਖੁੰਦਕ ਰੱਖਦੇ ਨੇ ਤਾਂ ਉਹਨਾਂ ਵੱਲੋਂ ਰਿਪੋਰਟ ਨਹੀਂ ਕੀਤੀ ਜਾਂਦੀ ਸੀ। ਲੇਕਿਨ ਇਸ ਵਾਰ ਇਹ ਪਹਿਲ ਹੋਈ ਹੈ ਕਿ ਗੁਰਪ੍ਰੀਤ ਕਾਂਗੜ ਹੋਣ ਚਾਹੇ ਉਹ ਭਾਰਤ ਭੂਸ਼ਣ ਆਸ਼ੂ ਹੋਣ ਜਾਂ ਮਨਪ੍ਰੀਤ ਬਾਦਲ ਹੋਣ, ਉਸ ਬਾਬਤ ਪੂਰੀ ਸਹੀ ਸਟੀਕ ਜਾਣਕਾਰੀ ਜਿਹੜੀ ਹੈ ਉਹ ਸਰਕਾਰ ਨੂੰ PWD ਵਿਭਾਗ ਨੂੰ ਦਿੱਤੀ ਗਈ ਹੈ। ਔਰ NOC ਦੇਣੀ ਹੈ, ਪੈਨਸ਼ਨ ਲਾਣੀ ਹੈ ਜਾਂ ਰੈਂਟ ਲੈਣਾ ਹੈ, ਰਿਕਵਰੀ ਲੈਣੀ ਹੈ ਸਮਾਨ ਦੀ, ਉਹ ਵੀ ਉਵੇਂ ਦੀ ਉਵੇਂ ਸਟੈਂਡ ਕਰਦੀ ਹੈ ਔਰ ਰਿਪੋर्ट इस बार हुई है। और जिथे तक भारत भूषण आशू की गल है तो उन पर भी क्लेम स्टैंड करता है। स्पष्टीकरण हले उड़ीक है कि भारत भूषण आशू इस तक की अपना स्पष्टीकरण देंगे ने क्योंकि इस बार रिपोर्ट हुई है और हुण इसी ते जिहड़ी CM दफ्तर को इसकी जानकारी गई है और कुलदीप धालीवाल उन्होंने कहा कि जांच करवाउणगे तो ये सारे जिन्हां नूं क्योंकि सैक्टर 39 ते सैक्टर 2 नूं मिला के तमाम रिहायशां सीगियां, चाहे वह भारत चाहे वह जिन्ने कर्मचारी चाहे रवीन ठुकराल उन्हां दी गल होण, चाहे लाल सिंह उन्हां दी गल होवे, जिन्ने अधिकारी सीगे। जी 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 ठीक है अमन, धन्यवाद साडे नाल जुड़न दे लई इस पूरी गलबात दे लई।